ਬੱਚਿਓ ਅੱਜ ਦੇ MA 3rd ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਸਾਡੀ ਪਹਿਲਾਂ ਗੱਲ ਹੋਈ ਸੀ ਕਿ ਅਸੀਂ ਜਿਹੜਾ ਹੈਗਾ ਹੈ ਸਾਈਮਲਟੇਨੀਅਸਲੀ ਦੋ ਕਨਸਟੀਟਿਊਸ਼ਨਸ ਜਿਹੜੇ ਹੈ ਨਾਲ ਅਸੀਂ ਜਿਹੜਾ ਉਹਨਾਂ ਦਾ ਅਧਿਐਨ ਕਰਾਂਗੇ। ਸੋ ਮੈਂ ਅੱਜ ਜਿਹੜਾ ਹੈ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਉਹਦੀ ਸ਼ੁਰੂਆਤ ਜਿਹੜੀ ਹੈ ਕਰਨ ਲੱਗਾ, ਉਹਦਾ ਅਧਿਐਨ ਜਿਹੜਾ ਹੈ ਅਸੀਂ ਸ਼ੁਰੂ ਕਰਨ ਲੱਗੇ ਹਾਂ ਅੱਜ। ਸੋ ਸਭ ਤੋਂ ਪਹਿਲਾਂ ਅਗਰ ਅਸੀਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਨੂੰ ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਹਾਂ। ਸੋ ਇਹਦੇ ਵਿੱਚ ਟੋਟਲ ਜਿਹੜੀਆਂ ਸਟੇਟਸ ਹੈਗੀਆਂ ਜਾਂ ਪ੍ਰਾਂਤ ਹੈਗੇ ਆ ਉਹ 50 ਨੇ। ਜਦੋਂ ਅਮਰੀਕਾ ਦਾ ਸੰਵਿਧਾਨ ਬਣਿਆ ਸੀਗਾ ਉਸ ਸਮੇਂ 13 ਕਾਲੋਨੀਜ਼ ਸੀ। 13 ਕਾਲੋਨੀਜ਼ ਨੇ ਮਿਲ ਕੇ ਇੱਕ ਸੰਘ ਦੀ ਸਥਾਪਨਾ ਕੀਤੀ ਸੀ ਔਰ ਬਾਅਦ ਦੇ ਵਿੱਚ ਸੰਵਿਧਾਨ ਬਣਾਇਆ ਗਿਆ ਸੀ ਜਿਹੜੇ ਔਰ ਸੰਵਿਧਾਨ ਅਨੁਸਾਰ ਜਿਹੜਾ ਹੈ ਉੱਥੇ ਦੀ ਜਿਹੜੀ ਵਿਵਸਥਾ ਜਿਹੜੀ ਹੈ ਉਹ ਚੱਲ ਰਹੀ ਹੈ। 4 ਜੁਲਾਈ 1776 ਨੂੰ ਜਿਹੜਾ ਅਮਰੀਕਾ ਸੀਗਾ ਉਹ ਇੱਕ ਪਹਿਲਾਂ ਬ੍ਰਿਟਿਸ਼ ਕਾਲੋਨੀ ਸੀ ਔਰ ਬ੍ਰਿਟਿਸ਼ਰਸ ਨੇ ਜਿਹੜਾ ਸੀਗਾ ਜਾਰਜ ਵਾਸ਼ਿੰਗਟਨ ਜਿਹੜੇ ਪਹਿਲੇ ਰਾਸ਼ਟਰਪਤੀ ਬਣੇ ਸੀਗੇ ਉਹਨਾਂ ਨੇ ਜਿਹੜਾ ਸੀਗਾ ਵਿਦਰੋਹ ਦਾ ਸਵਰ ਜਿਹੜਾ ਸੀਗਾ ਉਹ ਚੱਕਿਆ ਸੀਗਾ। ਜਿਹੜੀ ਇੰਗਲੈਂਡ ਦੀ ਵਿਵਸਥਾ ਸੀ ਜਾਂ ਇੰਗਲੈਂਡ ਦੀ ਜਿਹੜੀ ਤੁਸੀਂ ਕਹਿ ਲਓ ਕਲੋਨੀਅਲ ਜਿਹੜੀ ਸੁਪਰੀਮੇਸੀ ਸੀਗੀ ਉਹਨੂੰ ਚੈਲੰਜ ਜਿਹੜਾ ਸੀਗਾ ਜਾਰਜ ਵਾਸ਼ਿੰਗਟਨ ਨੇ ਕੀਤਾ ਸੀ। ਔਰ ਬਾਅਦ ਦੇ ਵਿੱਚ ਜਿਹੜੇ 13 ਰਾਜ ਸੀਗੇ ਉਸ ਵੇਲੇ ਉਹਨਾਂ ਨੇ ਮਿਲ ਕੇ ਜਿਹੜਾ ਸੀਗਾ ਇੱਕ ਕਨਫੈਡਰੇਸ਼ਨ ਦੀ ਜਿਹੜੀ ਸੀਗੀ ਸਥਾਪਨਾ ਜਿਹੜੀ ਹੈ ਉਹ ਕੀਤੀ ਸੀ। ਸੋ ਜਦੋਂ ਕਨਫੈਡਰੇਸ਼ਨ ਬਣ ਗਈ ਉਸ ਤੋਂ ਬਾਅਦ ਜਿਹੜਾ ਹੈਗਾ ਹੈ 1789 ਦੇ ਵਿੱਚ ਜਿਹੜਾ ਅਮਰੀਕਾ ਸੀਗਾ ਉਹਦਾ ਸੰਵਿਧਾਨ ਜਿਹੜਾ ਸੀਗਾ ਬਣ ਕੇ ਤਿਆਰ ਜਿਹੜਾ ਸੀ ਹੋ ਗਿਆ। ਸੋ ਇੱਥੇ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਅਮਰੀਕਾ ਜਿਹੜਾ ਹੈ ਕੋਲੰਬਸ ਨੇ ਲੱਭਿਆ ਸੀਗਾ 1492 ਈਸਵੀ ਦੇ ਵਿੱਚ, ਠੀਕ ਹੈ। ਤੇ ਇੰਗਲਿਸ਼ ਐਸਟੈਬਲਿਸ਼ देयर ਕਲੋਨੀਜ਼ ਇਨ ਨਾਰਥ ਅਮਰੀਕਾ ਇਨ 18th ਸੈਂਚੁਰੀ। 18ਵੀਂ ਸ਼ਤਾਬਦੀ ਦੇ ਵਿੱਚ ਜਿਹੜਾ ਇੰਗਲੈਂਡ ਸੀਗਾ ਉਹਨੇ ਅਮਰੀਕਾ ਦੇ ਵਿੱਚ ਜਿਹੜੀ ਸੀ ਇੱਕ ਆਪਣੀ ਬਸਤੀ ਜਿਹੜੀ ਸੀ ਜਿਹੜਾ ਜਾਂ ਉਹਨੂੰ ਇੱਕ ਬਸਤੀਵਾਦੀ ਵਿਵਸਥਾ ਦੇ ਅੰਦਰ ਜਿਹੜਾ ਸੀਗਾ ਲਿਆਂਦਾ ਸੀਗਾ, ਠੀਕ ਹੈ ਜੀ। ਮੋਸਟ ਆਫ ਦ ਹੈਬੀਟੈਂਟਸ ਆਫ ਥੀਸ ਕਾਲੋਨੀਜ਼ ਵਰ ਬ੍ਰਿਟਿਸ਼ ਇਮੀਗ੍ਰੈਂਟਸ। ਹੁਣ ਕਈ ਵਾਰੀ ਅਸੀਂ ਜਿਹੜਾ ਅਮਰੀਕਾ ਹੈ ਉਹਨੂੰ ਕੰਟਰੀ ਆਫ ਇਮੀਗ੍ਰੈਂਟਸ ਵੀ ਕਹਿੰਦੇ ਆ ਕਿਉਂਕਿ ਇੱਥੇ ਵੱਖ-ਵੱਖ ਦੇਸ਼ਾਂ ਦੇ ਜਾ ਕੇ ਜਿਹੜੇ ਆ ਵਸਿੰਦੇ ਉੱਥੇ ਜਿਹੜੇ ਆ ਵਸੇ ਹੋਏ ਆ। ਜਿਹੜੇ ਅਮਰੀਕਾ ਦੇ ਜਿਹੜੇ ਓਰੀਜਨਲ ਜਿਹੜੇ ਨਾਗਰਿਕ ਸੀਗੇ ਉਹਨਾਂ ਨੂੰ ਰੈੱਡ ਇੰਡੀਅਨਸ ਕਿਹਾ ਜਾਂਦਾ ਸੀ, ਠੀਕ ਹੈ ਜੀ। ਉਹਨਾਂ ਨੂੰ ਜਿਹੜਾ ਹੈ ਰੈੱਡ ਇੰਡੀਅਨਸ ਕਿਹਾ ਜਾਂਦਾ ਸੀ। ਸੋ ਅੱਜ ਦਾ ਜਿਹੜਾ ਆਪਣਾ ਲੈਕਚਰ ਹੈਗਾ ਇੱਕ ਜਨਰਲ ਡਿਸਕਸ਼ਨ ਹੈਗੀ ਹੈ ਅਮਰੀਕਾ ਦੇ ਕਨਸਟੀਟਿਊਸ਼ਨ ਬਾਰੇ। ਉਸ ਤੋਂ ਬਾਅਦ ਕੱਲ ਤੋਂ ਜਿਹੜਾ ਹੈ ਪਹਿਲਾ ਕੁਐਸਚਨ ਅਸੀਂ ਸ਼ੁਰੂ ਕਰਾਂਗੇ। ਪਹਿਲਾਂ ਤਾਂ ਅਸੀਂ ਇਹਦੀ ਹਿਸਟਰੀ ਜਿਹੜੀ ਹੈ ਟ੍ਰੇਸ ਕਰਨੀ ਹੈ। ਹਿਸਟਰੀ ਮੈਂ ਤੁਹਾਨੂੰ ਅੱਜ ਹੀ ਦੱਸ ਦੇਣੀ ਹੈ, ਹਿਸਟਰੀ ਟ੍ਰੇਸ ਕਰਾਂਗੇ। ਉਸ ਤੋਂ ਬਾਅਦ ਜਿਹੜਾ ਪਹਿਲਾ ਕੁਐਸਚਨ ਬਣਦਾ ਸੰਵਿਧਾਨਕ ਵਿਸ਼ੇਸ਼ਤਾਵਾਂ। ਸੋ ਕਿਹੜੇ ਕੰਟਰੀ ਸੀਗੀਆਂ ਜਿਨ੍ਹਾਂ ਚੋਂ ਲੋਕ ਜਾ ਕੇ ਅਮਰੀਕਾ ਦੇ ਵਿੱਚ ਵਸੇ। ਇਹ ਸੀਗੀਆਂ ਫਰਾਂਸ ਸੀਗਾ ਜੀ, ਉਹਦੇ ਵਿੱਚ ਸਵੀਡਨ ਸੀਗਾ, ਫਰਾਂਸ ਸਵੀਡਨ ਸੀਗਾ ਇਹਦੇ ਵਿੱਚ, ਫਿਰ ਨਾਰਵੇ ਸੀਗਾ, ਹਾਲੈਂਡ ਸੀਗਾ, ਪਰਸ਼ੀਆ ਸੀਗਾ, ਪੋਲੈਂਡ ਸੀਗਾ ਅਤੇ ਹੋਰ ਜਿਹੜੀਆਂ ਕੰਟਰੀ ਸੀਗੀਆਂ ਉੱਥੇ ਜਾ ਕੇ ਉੱਥੇ ਦੇ ਲੋਕ ਜਿਹੜੇ ਆ ਉੱਥੇ ਜਾ ਕੇ ਜਿਹੜੇ ਸੀਗੇ ਉਹ ਸੈਟਲ ਜਿਹੜੇ ਆ ਹੋਏ ਸੀ, ਠੀਕ ਹੈ ਜੀ। ਸੋ ਵੱਖ-ਵੱਖ ਉੱਥੇ ਜਿਹੜੇ ਆ ਪ੍ਰਾਂਤਾਂ ਸੀਗੀਆਂ ਤਾਂ 13 ਪ੍ਰਾਂਤਾਂ ਨੇ ਮਿਲ ਕੇ ਜਿਹੜਾ ਸੀਗਾ ਇੱਕ ਜਿਹੜੀ ਸੀਗੀ ਕਾਲੋਨੀ ਦੀ ਜਿਹੜੀ ਸੀਗੀ ਸਥਾਪਨਾ ਕੀਤੀ ਸੀ। ਕਾਲੋਨੀ ਦੀ ਸਥਾਪਨਾ ਜਿਹੜੀ ਹੈ ਕੀਤੀ ਸੀ। ਇਹਦੇ ਵਿੱਚ ਇਹ ਜਿਹੜੇ ਵੱਖ-ਵੱਖ ਜਿਹੜੇ ਰਾਜ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਵਿਵਸਥਾਵਾਂ ਜਿਹੜੀਆਂ ਉਹ ਚੱਲ ਰਹੀਆਂ ਸੀ ਔਰ ਵੱਖ-ਵੱਖ ਦੀਆਂ ਵਿਵਸਥਾਵਾਂ ਚੱਲਣ ਦੇ ਕਾਰਨ ਉਹਨਾਂ ਦੇ ਵਿੱਚ ਜਿਹੜਾ ਸੀਗਾ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਜਾਂ ਜਿਹੜੀ ਗਵਰਨਮੈਂਟ ਸੀਗੀ ਗਵਰਨਮੈਂਟ ਨੂੰ ਲੈ ਕੇ ਜਿਹੜਾ ਕਾਫੀ ਡਿਫਰੈਂਸਿਸ ਪਾਏ ਜਾਂਦੇ ਸੀ। ਪਰ ਉਹਨਾਂ ਸਾਰੇ ਜਿਹੜੀ 13 ਕਾਲੋਨੀ ਸੀਗੀਆਂ ਉਹਦਾ ਆਪਣੇ ਜਿਹੜੇ 13 ਸਟੇਟਸ ਸੀਗੀਆਂ ਅਮਰੀਕਾ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਆਪਣੇ ਡਿਫਰੈਂਸਿਸ ਜਿਹੜੇ ਸੀਗੇ ਉਹਨੂੰ ਜਿਹੜਾ ਸੀਗਾ ਮੈਕਸਿਮਮ ਹੱਦ ਤੱਕ ਨਲੀਫਾਈ ਕੀਤਾ, ਉਹਨੂੰ ਦੂਰ ਕੀਤਾ ਅਤੇ ਇੱਕ ਜਿਹੜਾ ਸੀਗਾ ਇੱਕ ਕੌਨਫੈਡਰੇਸ਼ਨ ਜਿਹਨੂੰ ਆਪਾਂ ਸੰਘ ਕਹਿੰਦੇ ਹਾਂ। ਹੁਣ ਸੰਘ ਅਤੇ ਮਹਾਸੰਘ 'ਚ ਕੀ ਫਰਕ ਹੁੰਦਾ?
ਜਿਹੜੀ ਕਨਫੈਡਰੇਸ਼ਨ ਹੁੰਦੀ ਹੈ ਉਹ ਇੱਕ ਲੂਜ਼ ਜਿਹੜੀ ਹੈ ਉਹ ਲੂਜ਼ ਸੌਰਟ ਆਫ ਅਰੇਂਜਮੈਂਟ ਹੁੰਦਾ ਹੈ ਜਿਹਦੇ ਵਿੱਚ ਕੁਝ ਵਿਸ਼ਿਆਂ ਉੱਤੇ ਸਹਿਮਤੀ ਬਣਾ ਕੇ ਜਿਹੜਾ ਹੈ ਕਾਰਜ ਜਿਹੜੀ ਸਰਕਾਰ ਹੈ ਉਹਨੂੰ ਜਿਹੜਾ ਹੈਗਾ ਚਲਾਇਆ ਜਾਂਦਾ। ਸੋ ਇਹਨੂੰ ਆਪਾਂ ਕਹਿੰਦੇ ਆ ਕਨਫੈਡਰੇਸ਼ਨ। ਫਿਰ ਇਹਨਾਂ ਨੇ ਇਹ ਤਾਂ ਜਿੱਦਾਂ ਇੱਥੇ ਮੈਂ ਤੁਹਾਡੇ ਨਾਲ ਇੱਕ ਡਾਕੂਮੈਂਟ ਸ਼ੇਅਰ ਕੀਤਾ ਹੋਇਆ ਹੈ, ਉਹਦੇ ਵਿੱਚ ਆਰਟੀਕਲਸ ਆਫ ਕਨਫੈਡਰੇਸ਼ਨ, ਆਰਟੀਕਲਸ ਆਫ ਜਿਹੜੇ ਕਨਫੈਡਰੇਸ਼ਨ ਹੈ ਉਹ ਸਾਈਨ ਕੀਤਾ 13 ਜਿਹੜੀਆਂ ਕੰਟਰੀਜ਼ ਸੀਗੀਆਂ ਅਮਰੀਕਾ ਦੇ, 13 ਸੌਰੀ ਪ੍ਰਾਂਤ ਸੀਗੇ। ਤੇ ਹੌਲੀ ਹੌਲੀ ਜਿਹੜਾ ਸੀਗਾ ਉਸ ਮਹਾਸੰਘ ਦੇ ਵਿੱਚ ਜਿਹੜੀਆਂ ਰਾਜ ਜੁੜਦੇ ਗਏ। ਤਾਂ ਅੱਜ ਜਿਹੜਾ ਅਸੀਂ ਅਮਰੀਕਾ ਦੇਖਦੇ ਹਾਂ ਉਹ ਉਹਦੇ ਵਿੱਚ ਜਿਹੜੀਆਂ ਟੋਟਲ ਸਟੇਟਸ ਦੀ ਜਿਹੜੀ ਸੰਖਿਆ ਹੈ ਜਾਂ ਪ੍ਰਾਂਤਾਂ ਦੀ ਜਿਹੜੀ ਸੰਖਿਆ ਹੈ ਉਹ 50 ਹੈ। ਸੋ ਇਦਾਂ ਕਨਫੈਡਰੇਸ਼ਨ ਬਣੀ। ਤੇ ਬਾਅਦ ਦੇ ਵਿੱਚ ਜਦੋਂ ਅਮਰੀਕਾ ਦਾ ਸੰਵਿਧਾਨ ਤਿਆਰ ਹੋਇਆ 1789 ਦੇ ਵਿੱਚ, 31 ਮਈ 1789 ਨੂੰ ਅਮਰੀਕਾ ਦਾ ਕਨਸਟੀਟਿਊਸ਼ਨ ਜਿਹੜਾ ਸੀ ਬਣ ਕੇ ਤਿਆਰ ਹੋ ਗਿਆ ਸੀਗਾ। ਕਿਹਨੇ ਬਣਾਇਆ ਸੀਗਾ? ਫਿਲਡਲਫੀਆ ਦੇ ਵਿੱਚ ਇੱਕ ਕਨਵੈਨਸ਼ਨ ਬੁਲਾਈ ਗਈ ਸੀ। ਉਸ ਕਨਵੈਨਸ਼ਨ ਦੇ ਵਿੱਚ ਜਿਹੜਾ ਸੀ ਸੰਵਿਧਾਨ ਬਣਾਉਣ ਵਾਸਤੇ ਜਿਹੜੀ ਸੀਗੀ ਵਿਵਸਥਾ ਜਿਹੜੀ ਸੀ ਉਹ ਕੀਤੀ ਗਈ। ਸੋ ਇਹਨੂੰ ਪਹਿਲੇ ਆਰਟੀਕਲਸ ਆਫ ਡੈਕਲੇਰੇਸ਼ਨ ਆਫ ਕਨਸਟੀਟਿਊਸ਼ਨ, ਡਿਜ਼ਾਈਨਿੰਗ ਆਫ ਕਨਸਟੀਟਿਊਸ਼ਨ ਦੀ ਬਾਅਦ ਦੀ ਗੱਲ ਹੈ। ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ 4 ਜੁਲਾਈ 1776 ਨੂੰ ਜਿਹੜਾ ਸੀਗਾ ਅਮਰੀਕਾ ਜਿਹੜਾ ਸੀਗਾ ਉਹ ਆਜ਼ਾਦ ਹੋ ਗਿਆ ਸੀਗਾ। ਇਟ ਵਾਜ਼ ਅ ਬ੍ਰਿਟਿਸ਼ ਕਾਲੋਨੀ ਐਟ ਫਸਟ ਹੈਂਡ, ਮਤਲਬ ਕੋ ਇੱਕ ਬ੍ਰਿਟਿਸ਼ ਕਾਲੋਨੀ ਸੀਗੀ। ਔਰ ਉੱਥੇ ਹੁਣ ਅਗਰ ਅਮਰੀਕਾ ਦੀ ਅਸੀਂ ਗੱਲ ਕਰੀਏ ਤਾਂ ਅਮਰੀਕਾ ਨੂੰ ਇਸ ਕਰਕੇ ਲੈਂਡ ਆਫ ਇਮੀਗ੍ਰੈਂਟਸ ਵੀ ਕਿਹਾ ਜਾਂਦਾ। ਉੱਥੇ ਜਿਹੜੇ ਉੱਥੇ ਦੇ ਮੂਲ ਜਿਹੜੇ ਨਿਵਾਸੀ ਹੈ ਉਹ ਨਹੀਂ ਦੇਖਣ ਨੂੰ ਮਿਲਦੇ, ਬਹੁਤ ਘੱਟ ਸੰਖਿਆ ਦੇ ਵਿੱਚ ਇੱਕ ਸਟੇਟ ਦੇ ਵਿੱਚ ਜਿਹੜਾ ਹੈ ਦੇਖਣ ਨੂੰ ਜਿਹੜੇ ਆ ਉਹ ਮਿਲਦੇ ਆ, ਬਾਕੀ ਸਟੇਟਸ ਦੇ ਵਿੱਚ ਦੇਖਣ ਨੂੰ ਜਿਹੜੇ ਆ ਉਹ ਨਹੀਂ ਮਿਲਦੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਫਿਰ ਇੱਥੇ ਇੱਕ ਵਿਚਾਰਕ ਹੋਇਆ, ਉਹਨੇ ਕਿਹਾ the colonies were established under charters granted by British king. The charters were granted in some instances of trading companies. So ਇੱਕ ਗੱਲ ਪੱਲੇ ਬੰਨ ਲਓ ਸਾਰੇ ਜਾਣੇ ਕਿ ਅੰਗਰੇਜ਼ ਜਿਹੜੀ ਵੀ ਦੇਸ਼ 'ਚ ਗਏ ਉਹ ਵਪਾਰੀ ਬਣ ਕੇ ਗਏ। ਪਹਿਲਾਂ ਉਹਨਾਂ ਨੇ ਉਹਨਾਂ ਦੇਸ਼ਾਂ ਦੇ ਵਪਾਰ ਉੱਤੇ ਕਬਜ਼ਾ ਕੀਤਾ, ਫਿਰ ਹੌਲੀ ਹੌਲੀ ਜਿਹੜੇ ਸੀਗੇ ਉੱਥੇ ਦੇ ਵਿੱਚ ਜਿਹੜੇ ਟ੍ਰੇਡਿੰਗ ਮਤਲਬ ਟ੍ਰੇਡਿੰਗ ਤੇ ਜਦੋਂ ਕਬਜ਼ਾ ਹੋ ਗਿਆ, ਵਪਾਰ ਤੇ ਜਦੋਂ ਕਬਜ਼ਾ ਹੋ ਗਿਆ, ਆਰਥਿਕ ਰੂਪ ਨਾਲ ਜਦੋਂ ਕਬਜ਼ਾ ਹੋ ਗਿਆ, ਉਦੋਂ ਉਹਨਾਂ ਨੇ ਰਾਜਨੀਤਿਕ ਰੂਪ ਦੇ ਨਾਲ ਜਿਹੜਾ ਸੀਗਾ ਦੇਸ਼, ਇਦਾਂ ਹੀ ਉਹਨਾਂ ਨੇ ਭਾਰਤ 'ਚ ਕੀਤਾ, ਇਦਾਂ ਹੀ ਉਹਨਾਂ ਨੇ ਅਮਰੀਕਾ 'ਚ ਕੀਤਾ, ਇਦਾਂ ਹੀ ਉਹਨਾਂ ਨੇ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਕੀਤਾ, ਇਦਾਂ ਹੀ ਉਹਨਾਂ ਨੇ ਜਿਹੜਾ ਸੀਗਾ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਕੀਤਾ। ਸੋ ਇਹਦੀ ਵਿਰੋਧਤਾ ਕਿਹਨੇ ਕੀਤੀ? ਇਹਦੀ ਵਿਰੋਧਤਾ ਜਾਰਜ ਵਾਸ਼ਿੰਗਟਨ ਨੇ ਕੀਤੀ। ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਔਰ ਉਹ 3 ਪੂਰੀਆਂ ਟਰਮਸ ਤੱਕ ਜਿਹੜੇ ਉੱਥੇ ਦੇ ਰਾਸ਼ਟਰਪਤੀ ਜਿਹੜੇ ਹੈ ਬਣੇ ਸੀ। ਠੀਕ ਹੈ ਜੀ। ਫਿਰ ਉੱਥੇ ਇੱਕ ਸਟੈਂਪ ਐਕਟ ਪਾਸ ਹੋਇਆ ਸੀ 1765 ਦੇ ਵਿੱਚ। Although the colonies enjoyed a good measure of autonomy, they had a certain political and economic grievances against England. ਸੋ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਅਮਰੀਕਾ ਦੇ ਵਿੱਚ ਕੁਝ ਇਹੋ ਜਿਹੇ ਕਾਰਜ ਕੀਤੇ ਜਿਹਦੇ ਕਰਕੇ ਜਿਹੜਾ ਅਮਰੀਕਾ ਸੀਗਾ ਉਹਦੇ ਵਿੱਚ ਜਿਹੜਾ ਉੱਥੇ ਦੇ ਲੋਕ ਸੀਗੇ ਉਹਨਾਂ ਦੇ ਵਿੱਚ ਵਿਰੋਧ ਦੇ ਜਿਹੜੇ ਸਵਰ ਸੀਗੇ ਉਹ ਪਨਪੇ, ਜਿਹਦੇ ਕਰਕੇ ਜਿਹੜਾ ਸੀ 1776 ਦੇ ਵਿੱਚ ਅਲਟੀਮੇਟਲੀ ਜਿਹੜਾ ਸੀਗਾ ਉਹਨਾਂ ਨੇ ਉਸ ਗਵਰਨਮੈਂਟ ਨੂੰ ਜਿਹੜਾ ਸੀਗਾ ਚੈਲੰਜ ਕਰ ਦਿੱਤਾ। ਜਿਹੜਾ ਅੰਗਰੇਜ਼ੀ ਬਸਤੀਵਾਦ ਸੀਗਾ ਉਹਨੂੰ ਚੈਲੰਜ ਕੀਤਾ ਉਹਨਾਂ ਨੇ, ਉਹਨੂੰ ਚੈਲੰਜ ਕਰਦਿਆਂ ਹੋਇਆ ਜਿਹੜਾ ਸੀਗਾ ਫਿਰ 4 ਜੁਲਾਈ 1776 ਨੂੰ ਅਮਰੀਕਾ ਨੂੰ ਜਿਹੜੇ ਸੀਗੇ ਆਜ਼ਾਦੀ ਮਿਲ ਗਈ ਸੀ। ਉਹਦੇ ਵਿੱਚ ਸਟੈਂਪ ਐਕਟ ਜਿਹੜਾ ਹੈ ਇੱਕ ਉਹਨੇ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾਈ ਸੀ। ਫਿਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਦ ਤੱਕ ਟੈਕਸ ਨਹੀਂ ਦੇਵਾਂਗੇ ਜਦ ਤੱਕ ਸਾਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲੇ। ਨੋ ਟੈਕਸ ਵਿਦਆਊਟ ਰਿਪਰੈਜ਼ੈਂਟੇਸ਼ਨ। ਜਿਹੜੀਆਂ ਵਿਧਾਨ ਪਾਲਿਕਾ ਸੀਗੀ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਮੰਗ ਰਹੇ ਸੀਗੇ, ਜੇ ਸਾਨੂੰ ਰਿਪਰੈਜ਼ੈਂਟੇਸ਼ਨ ਦਿਓਗੇ ਤਾਂ ਅਸੀਂ ਟੈਕਸ ਦੇਵਾਂਗੇ। ਇੱਥੋਂ ਜਿਹੜਾ ਸੀਗਾ ਵਿਦਰੋਹ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ। ਇੱਥੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਿੱਦਾਂ ਹੋਈ, ਆਜ਼ਾਦੀ ਕਿੱਦਾਂ ਮਿਲੀ ਅਮਰੀਕਾ ਨੂੰ। The colonies declared their independence in 1776. All the colonies combined and waged the war against Britain, in which ultimately achieved victory. ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਜੇ ਅਸੀਂ ਭਾਰਤੀ ਇਤਿਹਾਸ ਦੀ ਗੱਲ ਕਰੀਏ
ਉਹਦੇ ਵਿੱਚ ਵੀ ਇੱਕ ਇਦਾਂ ਦੇ ਵਿਦਰੋਹ ਦਾ ਸਾਨੂੰ ਪੈਰਲਰ ਜਿਹੜਾ ਮਿਲਦਾ 1857 ਦੇ ਵਿੱਚ, ਜਿਹੜਾ ਪਹਿਲੀ ਆਜ਼ਾਦੀ ਹੋਈ ਸੀ ਭਾਰਤ, ਉਹ ਕਿਉਂ ਫੇਲ ਹੋਈ ਸੀ? ਕਿਉਂਕਿ ਉਹਦੇ ਵਿੱਚ ਸਾਡੇ ਵਿੱਚ ਏਕਾ ਨਹੀਂ ਸੀਗਾ, ਸਾਡੇ ਵਿੱਚ ਸਾਰੇ ਫਰੰਟ ਤੇ ਏਕਾ ਨਹੀਂ ਸੀ, ਔਰ ਸਾਡੇ ਕੋਲ ਜਿਹੜੀ ਵੈਪਨਰੀ ਨਹੀਂ ਸੀ ਉਸ ਵੇਲੇ ਅਸੀਂ। ਪਰ ਉਸ ਟਾਈਮ ਤੇ ਅਮਰੀਕਾ ਨੇ ਕਾਲੋਨੀਜ਼ ਨੇ ਇਕੱਠੇ ਹੋ ਕੇ ਜਿਹੜਾ ਸੀਗਾ ਅੰਗਰੇਜ਼ੀ ਸਾਮਰਾਜ ਸੀਗਾ ਉਹਦੇ ਅਗੇਂਸਟ ਜਿਹੜੀ ਸੀ ਵਾਰ ਜਿਹੜਾ ਸੀਗਾ ਉਹ ਲਾਂਚ ਕਰ ਦਿੱਤਾ। ਫਿਰ ਉਸ ਤੋਂ ਬਾਅਦ ਕੀ ਹੋਇਆ? ਆਰਟੀਕਲਸ ਆਫ ਕਨਫੈਡਰੇਸ਼ਨ ਸਾਈਨ ਹੋਇਆ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ। ਫਿਰ ਇੰਪੋਰਟੈਂਟ ਕਨਸਟੀਟਿਊਸ਼ਨ ਮੇਕਰਸ ਐਂਡ, ਠੀਕ ਹੈ ਜੀ, ਕਨਸਟੀਟਿਊਸ਼ਨ ਬਣਿਆ। ਹੁਣ ਜਿੱਦਾਂ ਤੁਹਾਨੂੰ ਪਤਾ ਹੈਗਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਪ੍ਰਸਤਾਵਨਾ ਦੀ ਵਿਵਸਥਾ ਕੀਤੀ ਗਈ ਹੈ। ਸੋ ਪ੍ਰਸਤਾਵਨਾ ਦਾ ਜਿਹੜਾ ਆਈਡੀਆ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਲਿਆ ਹੈ, ਉਹ ਅਮਰੀਕਾ ਦੇ ਕਨਸਟੀਟਿਊਸ਼ਨ ਤੋਂ ਲਿਆ ਹੈ। ਉਹ ਅਮਰੀਕਾ ਦੇ ਕਨਸਟੀਟਿਊਸ਼ਨ ਤੋਂ ਲਿਆ ਹੈ। ਅਮਰੀਕਾ ਦਾ ਜਿਹੜਾ ਸੰਵਿਧਾਨ ਹੈ 1789 ਦੇ ਵਿੱਚ ਬਣਿਆ, ਤੇ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ 26 ਨਵੰਬਰ 1949 ਨੂੰ, ਤੇ ਲਾਗੂ ਹੋਇਆ 26 ਜਨਵਰੀ 1950 ਨੂੰ। ਜਦ ਕਿ ਜਿਹੜਾ ਪ੍ਰੀਐਂਬਲ ਦਾ ਆਈਡੀਆ ਸੀਗਾ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ, ਉਹ ਅਸੀਂ ਅਮਰੀਕਾ ਤੋਂ ਜਿਹੜਾ ਹੈ ਬੋਰੋ, ਅਮਰੀਕਾ ਤੋਂ ਅਸੀਂ ਲਿਆ ਹੈ। ਉਹਦੇ ਵਿੱਚ ਕੀ ਲਿਖਿਆ ਹੋਇਆ? ਵੀ ਦ ਪੀਪਲ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਡੂ ਹੇਅਰ ਬਾਏ ਠੀਕ ਹੈ ਜੀ, ਡੂ ਹੇਅਰ ਬਾਏ ਟੂ ਗਿਵ themselves this constitution। मतलब जिन्ना का याद है मैं ਤੁਹਾਨੂੰ ਦੱਸਤਾ, ਬਾਕੀ ਮੈਂ ਤੁਹਾਨੂੰ ਫੁੱਲ ਫਲੈਜ ਜਿਹੜਾ ਹੈ ਉਹ ਮੈਂ ਅਗਲੇ ਲੈਕਚਰ ਦੇ ਵਿੱਚ ਤੁਹਾਨੂੰ ਮੈਂ ਦੱਸ ਦੂੰਗਾ ਪੜ੍ਹ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈ, ਅਗਰ ਕਨਸਟੀਟਿਊਸ਼ਨ ਦੀ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਨਹੀਂ ਹੈ। ਤੁਹਾਨੂੰ ਪਹਿਲੇ ਇਹ ਦੋਨਾਂ ਚੀਜ਼ਾਂ ਦਾ ਅਰਥ ਪਤਾ ਹੋਣਾ ਚਾਹੀਦਾ ਕਿ ਦੋ ਤਰ੍ਹਾਂ ਦੀਆਂ ਵਿਵਸਥਾਵਾਂ ਹੈਗੀਆਂ ਸਾਡੇ ਸੰਵਿਧਾਨ ਦੇ ਵਿੱਚ। ਇੱਕ ਨੂੰ ਅਸੀਂ ਸੰਸਦੀय ਪ੍ਰਣਾਲੀ ਕਹਿੰਦੇ ਹਾਂ, ਇੱਕ ਨੂੰ ਅਧਿਆਕਸ਼ਾਤਮਕ ਪ੍ਰਣਾਲੀ ਕਹਿੰਦੇ ਹਾਂ। ਹੁਣ ਸੰਸਦੀय ਪ੍ਰਣਾਲੀ ਕੀ ਹੁੰਦੀ ਹੈ? ਸੰਸਦੀय ਪ੍ਰਣਾਲੀ ਇਹੋ ਜਿਹੀ ਵਿਵਸਥਾ ਹੈ ਜਿਹਦੇ ਵਿੱਚ ਕਾਰਜਪਾਲਿਕਾ ਔਰ ਵਿਧਾਨਪਾਲਿਕਾ ਦਾ ਡੂੰਘਾ ਸੰਬੰਧ ਹੁੰਦਾ ਹੈ, ਔਰ ਇਹ ਇੱਕ ਦੂਜੇ ਦੇ ਪ੍ਰਤੀ ਜਿਹੜਾ ਹੈ ਜ਼ਿੰਮੇਵਾਰ ਹੁੰਦਾ ਹੈ, ਠੀਕ ਹੈ ਜੀ, ਇੱਕ ਦੂਜੇ ਦੇ ਪ੍ਰਤੀ ਜਿਹੜਾ ਹੈ ਜ਼ਿੰਮੇਵਾਰ ਹੁੰਦੇ। ਔਰ ਜਿਹੜਾ ਜਿੱਦਾਂ ਪ੍ਰਾਈਮ ਮਿਨਿਸਟਰ ਹੈ ਉਹ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੈ, ਲੋਕਾਂ ਦੇ ਪ੍ਰਤੀ ਜ਼ਿੰਮੇਵਾਰ ਹੈ, ਲੋਕ ਮਤ ਦੇ ਪ੍ਰਤੀ ਜ਼ਿੰਮੇਵਾਰ ਹੈ। ਅਗਰ ਉਹਦੇ ਕੋਲ ਕੋਈ ਗਲਤੀ ਹੁੰਦੀ ਹੈ ਤਾਂ ਉਹਨੂੰ ਰਿਜ਼ਾਈਨ ਕਰਦਾ ਤਾਂ ਪੂਰਾ ਕੈਬਨਿਟ ਜਾਂਦਾ। ਸੋ ਕਹਿਣ ਦਾ ਮਤਲਬ ਉੱਥੇ ਡਿਫਰੈਂਟ ਹੈ। ਹੁਣ ਜਿਹੜਾ ਪਾਰਲੀਮੈਂਟਰੀ ਸਿਸਟਮ ਹੁੰਦਾ ਹੈ ਉਹ ਫਿਊਜ਼ਨ ਆਫ ਪਾਵਰ, ਸ਼ਕਤੀਆਂ ਦੇ ਏਕੀਕਰਨ ਦੇ ਸਿਧਾਂਤ ਉੱਤੇ ਆਧਾਰਿਤ ਹੈ। ਔਰ ਜਿਹੜੇ ਅਧਿਆਕਸ਼ਾਤਮਕ ਪ੍ਰਣਾਲੀ ਹੁੰਦੀ ਹੈ ਉਹ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਸਿਧਾਂਤ ਉੱਤੇ ਆਧਾਰਿਤ ਹੈ। ਇੱਕ ਰਾਜਨੀਤਿਕ ਵਿਚਾਰਕ ਹੋਇਆ ਮੌਂਟੈਸਕਿਊ, ਠੀਕ ਹੈ ਜੀ। ਮੌਂਟੈਸਕਿਊ ਹੁਣ ਕੀ ਕਹਿੰਦਾ ਹੈਗਾ? ਮੌਂਟੈਸਕਿਊ ਨੇ ਸੈਪਰੇਸ਼ਨ ਆਫ ਪਾਵਰਸ ਦਾ ਜਿਹੜਾ ਪ੍ਰਿੰਸੀਪਲ ਦਿੱਤਾ ਸੀ। ਹੁਣ ਅਮਰੀਕਾ ਦੇ ਵਿੱਚ ਕੀ ਹੈ? ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਇੰਡੀਪੈਂਡੈਂਟ ਹੈ, ਪੂਰੇ ਸੁਤੰਤਰ ਰੂਪ ਚ ਕੰਮ ਕਰਦੇ, ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ, ਪਰ ਇੱਕ ਦੂਜੇ ਦੇ ਕੰਮਕਾਜ ਉੱਤੇ ਨਿਯੰਤਰਣ ਜ਼ਰੂਰ ਰੱਖਦੇ। ਇਹ ਸੈਪਰੇਸ਼ਨ ਆਫ ਪਾਵਰ ਹੈਗਾ, ਉੱਥੇ ਨਾਲ ਚੈਕਸ ਐਂਡ ਬੈਲੈਂਸਿਸ ਦਾ ਪ੍ਰਿੰਸੀਪਲ ਵੀ ਲੱਗਦਾ। ਕਿਉਂਕਿ ਜਦੋਂ ਅਮਰੀਕਾ ਦਾ ਸੰਵਿਧਾਨ ਬਣ ਰਿਹਾ ਸੀਗਾ ਤੇ ਅਮਰੀਕਾ ਦੇ ਜਿਹੜੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੇ ਇਹ ਸੋਚਿਆ ਕਿ ਅਗਰ ਅਸੀਂ ਸੰਵਿਧਾਨ ਬਣਾਉਣਾ ਹੈ ਤੇ ਸੰਵਿਧਾਨ ਦੀ ਵਿਵਸਥਾ ਜਿਹੜੀ ਹੈ ਅਸੀਂ ਕਰਨੀ ਹੈ, ਤੇ ਉਹਦੇ ਵਿੱਚ ਜਿਹੜਾ ਹੈ ਲੈਜਿਸਲੇਟਿਵ, ਐਗਜ਼ੈਕਟਿਵ ਅਤੇ ਜਿਹੜੀ ਜੁਡੀਸ਼ਰੀ ਹੈ ਉਹਨੂੰ ਅਸੀਂ ਅਲੱਗ-ਅਲੱਗ ਰੱਖਣਾ ਹੈ। ਸੈਪਰੇਸ਼ਨ ਆਫ ਪਾਵਰਸ ਦਾ ਪ੍ਰਿੰਸੀਪਲ ਜਿਹੜਾ ਹੈ ਲਾਗੂ ਕੀਤਾ, ਪਰ ਉਹਦੇ ਨਾਲ ਚੈਕਸ ਐਂਡ ਬੈਲੈਂਸਿਸ ਦਾ ਪ੍ਰਿੰਸੀਪਲ ਵੀ ਜਿਹੜਾ ਸੀਗਾ ਲਾਗੂ ਕੀਤਾ। ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ 1789 ਦੇ ਵਿੱਚ ਜਿਹੜਾ ਸੀਗਾ ਇੰਗਲੈਂਡ ਦਾ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਸੀਗਾ ਉਹ ਬਣ ਕੇ ਤਿਆਰ ਹੋਇਆ, ਔਰ ਹਾਲੇ ਤੱਕ ਇਹਨੂੰ 28 ਵਾਰੀ ਅਮੈਂਡ ਕੀਤਾ ਗਿਆ। ਸਿਰਫ 28 ਵਾਰੀ ਇਹਦੇ ਵਿੱਚ ਜਿਹੜੀ ਹੈ ਅਮੈਂਡਮੈਂਟ ਹੋਈ ਹੈ, 28 ਵਾਰੀ ਇਹਦੇ ਵਿੱਚ ਸੋਧ ਕੀਤੀ ਗਈ ਹੈ। ਜਦ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ 26 ਜਨਵਰੀ 1950 ਨੂੰ ਲਾਗੂ ਹੋਇਆ, ਪਰ ਇਹਦੇ ਵਿੱਚ ਜਿਹੜਾ ਸੀਗਾ ਕਿੰਨੀ ਵਾਰ ਇਹਨੂੰ ਅਮੈਂਡ ਕੀਤਾ ਗਿਆ? 125 ਵਾਰੀ ਅਮੈਂਡ ਹੋ ਚੁੱਕਾ ਭਾਰਤ ਦਾ ਕਨਸਟੀਟਿਊਸ਼ਨ।
ठीक है जी। हुण अमेरिका का जो संविधान है वो सब नालों छोटा संविधान है। अमेरिका का संविधान जिहड़ा है वो सब नालों छोटा संविधान है। इहदे विच केवल जिहड़े है 7 धारावां है। ठीक है जी, 7 धारावां और 7 धारावां दे विच उन्हां ने जिहड़ा है सारा कुछ जिहड़ा है समेट दिता। सो ये सीगी अमेरिका के संविधानिक विकास का इतिहास। सो हुण कल नूं असीं अपने सिलेबस का जिहड़ा अमेरिका दा जिहड़ा साडा पोर्शन है उहदा दूसरा जिहड़ा क्वेश्चन है असीं ਉਹਦੀ ਜਿਹੜੀ ਹੈ ਸ਼ੁਰੂਆਤ ਜਿਹੜੀ ਹੈ ਉਹ ਕਰਾਂਗੇ। थैंक यू वेरी मच फॉर अटेंडिंग दिस लेक्चर।